हाँ जी स्टूडेंट गुड मॉर्निंग। अज ਆਪਾਂ ਥਿਊਰੀ ਆਫ ਡਿਮਾਂਡ ਦੇ ਬਾਰੇ ਪੜਾਂਗੇ। ਥਿਊਰੀ ਆਫ ਡਿਮਾਂਡ ਕੀ ਹੁੰਦੀ ਹੈ? ਡਿਮਾਂਡ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਡਿਮਾਂਡ ਕਰਨਾ, ਬਟ ਇਕਨੋਮਿਕਸ ਦੇ ਵਿੱਚ ਡਿਮਾਂਡ ਦਾ ਮੀਨਿੰਗ ਡਿਫਰੈਂਟ ਆ। ਜਿਹੜੀ ਤੁਹਾਡੀ ਡਿਮਾਂਡ ਹੁੰਦੀ ਹੈ ਉਹ 5 ਐਲੀਮੈਂਟਸ ਤੇ ਡਿਪੈਂਡ ਕਰਦੀ ਹੈ। 5 ਐਲੀਮੈਂਟਸ ਕਿਹੜੇ-ਕਿਹੜੇ ਆ? ਸਭ ਤੋਂ ਪਹਿਲਾਂ ਹੈਗਾ ਡਿਜ਼ਾਇਰ ਫॉर ਅ ਕਮੋਡਿਟੀ। ਡਿਜ਼ਾਇਰ ਹੁੰਦਾ ਗਾ ਕਿਸੇ ਚੀਜ਼ ਦੀ ਇੱਛਾ, ਡਿਜ਼ਾਇਰ ਕਰਨਾ। ਡਿਮਾਂਡ ਦਾ ਮਤਲਬ ਹੁੰਦਾ ਜਦੋਂ ਤੁਸੀਂ ਕਿਸੇ ਕੋਮੋਡਿਟੀ ਦੇ ਲਈ ਡਿਜ਼ਾਇਰ ਹੋ, ਤੁਸੀਂ ਚੀਜ਼ ਨੂੰ ਲੈਣ ਦੇ ਇੱਛੁਕ ਹੋ ਤਾਂ ਉਹਨੂੰ ਡਿਮਾਂਡ ਕਿਹਾ ਜਾਂਦਾ ਗਾ। ਸੈਕਿੰਡ ਪੁਆਇੰਟ ਹੁੰਦਾ ਅਬਿਲਿਟੀ ਟੂ ਬਾਈ ਇਟ। ਤੁਹਾਡੇ ਵਿੱਚ ਅਬਿਲਿਟੀ ਹੋਣੀ ਚਾਹੀਦੀ ਹੈ ਉਸ ਚੀਜ਼ ਨੂੰ ਬਾਈ ਕਰਨ ਦੀ, ਉਸ ਨੂੰ ਡਿਮਾਂਡ ਕਿਹਾ ਜਾਂਦਾ। ਥਰਡ ਪੁਆਇੰਟ ਆ ਵਿਲਿੰਗਨੈਸ ਟੂ ਪੇ ਫॉर ਇਟ, ਕਿ ਤੁਸੀਂ ਜਿੰਨੇ ਦੀ ਚੀਜ਼ ਹੈਗੀ ਆ ਉਹਦਾ ਪੇ ਕਰਨ ਦੇ ਲਈ ਵਿਲਿੰਗਨੈਸ ਹੋਣੀ ਚਾਹੀਦੀ। ਐਟ ਦਾ ਗਿਵਨ ਪ੍ਰਾਈਸ, ਜਿੰਨਾ ਤੁਹਾਨੂੰ ਪ੍ਰਾਈਸ ਗਿਵਨ ਦਿੱਤਾ ਗਾ ਉਸੇ ਪ੍ਰਾਈਸ 'ਤੇ ਤੁਸੀਂ ਖਰੀਦਣ ਲਈ ਐਗਰੀ ਹੋਣੀ ਚਾਹੀਦੀ ਹੋ। ਕਲੀਅਰ। ਫਿਫਥ ਪੁਆਇੰਟ ਆ ਇਨ ਦਾ ਗਿਵਨ ਟਾਈਮ, ਜਿੰਨਾ ਟਾਈਮ ਗਿਵਨ ਦਿੱਤਾ ਹੋਇਆ ਉਸੇ ਟਾਈਮ ਦੇ ਵਿੱਚ, ਇਹਨੂੰ ਕਿਹਾ ਜਾਂਦਾ ਡਿਮਾਂਡ। ਇਹ ਜਿਹੜੇ 5 ਐਲੀਮੈਂਟਸ ਆ, ਅਗਰ ਇਹ 5 ਐਲੀਮੈਂਟਸ ਹੈਗੇ ਆ ਤਾਂ ਉਹ ਡਿਮਾਂਡ ਬਣ ਜਾਂਦੀ ਹੈ ਤੁਹਾਡੀ। ਕਿ ਤੁਹਾਡੀ ਡਿਜ਼ਾਇਰ ਹੋਵੇ, ਤੁਹਾਡੇ 'ਚ ਐਬਿਲਿਟੀ ਹੋਵੇ, ਵਿਲਿੰਗਨੈਸ ਹੋਣੀ ਚਾਹੀਦੀ ਹੈ, ਜਿਹੜੇ ਪ੍ਰਾਈਸ 'ਤੇ ਦਿੱਤਾ, ਜਿਹੜੇ ਟਾਈਮ ਦੇ ਉੱਤੇ ਦਿੱਤਾ, ਤਾਂ ਉਹ ਤੁਹਾਡੀ ਹੁੰਦੀ ਹੈ ਡਿਮਾਂਡ। ਕਲੀਅਰ। ਫॉर ਡਿਮਾਂਡ ਯੂ ਸ਼ੁੱਡ ਹੈਵ ਥੀਸ 5 ਐਲੀਮੈਂਟਸ। ਕਿਹੜੀ ਤੁਹਾਡੀ 5 ਐਲੀਮੈਂਟਸ ਹੋਣੀ ਚਾਹੀਦੀ ਹੈ ਡਿਮਾਂਡ ਦੇ ਲਈ। ਕਲੀਅਰ। ਹੁਣ ਦੇਖੋ ਡਿਜ਼ਾਇਰ, ਵਾਂਟ ਐਂਡ ਡਿਮਾਂਡ ਦੇ ਵਿੱਚ ਕੀ ਡਿਫਰੈਂਸ ਆ। ਡਿਜ਼ਾਇਰ ਕੀ ਹੁੰਦੀ ਆ? ਫੋਰ ਐਗਜ਼ਾਮਪਲ ਤੁਹਾਡੀ ਡਿਜ਼ਾਇਰ ਆ ਟੀਵੀ ਨੂੰ ਬਾਏ ਕਰਨ ਦੀ, ਤੁਸੀਂ ਇੱਕ ਟੈਲੀਵਿਜ਼ਨ ਬਾਏ ਕਰਨਾ ਚਾਹੁੰਦੇ ਹੋ, ਖਰੀਦਣਾ ਚਾਹੁੰਦੇ ਹੋ, ਉਹ ਤੁਹਾਡੀ ਕੀ ਹੈ? ਡਿਜ਼ਾਇਰ ਆ। ਬਟ ਤੁਹਾਡੀ ਪੋਕਿਟ ਦੇ ਵਿੱਚ ਟੈਲੀਵਿਜ਼ਨ ਨੂੰ ਖਰੀਦਣ ਲਈ ਜਿੰਨੇ ਪੈਸੇ, ਮਤਲਬ ਜਿੰਨੀ ਮਨੀ ਦੀ ਨੀਡ ਆ ਉਹ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗੀ। ਤੁਹਾਡੀ ਪੋਕਿਟ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਟੈਲੀਵਿਜ਼ਨ ਖਰੀਦ ਲਓ, ਤੁਹਾਡੇ ਕੋਲ ਪੈਸਾ ਨਹੀਂ ਹੈਗਾ, ਪਰ ਤੁਹਾਡੀ ਡਿਜ਼ਾਇਰ ਹੈਗੀ ਹੈ ਟੈਲੀਵਿਜ਼ਨ ਖਰੀਦਣ ਦੀ। ਡੈਟ ਮੀਨ ਜੋ ਤੁਹਾਡੀ ਡਿਜ਼ਾਇਰ ਹੀ ਬਣ ਕੇ ਰਹਿ ਜੂਗੀ, ਡਿਮਾਂਡ ਨਹੀਂ ਬਣੇਗੀ, ਕਿਉਂਕਿ ਤੁਹਾਡੀ ਉਹ ਇੱਛਾ ਹੀ ਆ, ਤੁਸੀਂ ਟੈਲੀਵਿਜ਼ਨ ਲੈਣਾ ਚਾਹੁੰਦੇ ਹੋ ਪਰ ਤੁਹਾਡੀ ਉਹ ਡਿਮਾਂਡ ਨਹੀਂ ਹੋਏਗੀ। ਵਾਂਟ ਮਤਲਬ ਹੁੰਦਾ ਜਦੋਂ ਤੁਹਾਡੇ ਕੋਲ ਮਨੀ ਹੈ ਪਰ ਤੁਹਾਡੀ ਡਿਜ਼ਾਇਰ ਨਹੀਂ, ਤੁਸੀਂ ਖਰੀਦਣਾ ਨਹੀਂ ਚਾਹੁੰਦੇ ਟੈਲੀਵਿਜ਼ਨ, ਸਿਰਫ ਤੁਹਾਡੀ ਕੀ ਆ? ਤੁਹਾਡੇ ਕੋਲ ਮਨੀ ਆ, ਤਾਂ ਉਹ ਤੁਹਾਡੀ ਵਾਂਟ ਬਣ ਕੇ ਰਹਿ ਜਾਂਦੀ ਆ। ਹੁਣ ਡਿਮਾਂਡ ਕੀ ਹੁੰਦੀ ਹੈ? ਜਦੋਂ ਤੁਹਾਡੀ ਡਿਜ਼ਾਇਰ ਵੀ ਆ, ਤੁਹਾਡੇ ਕੋਲ ਪੈਸਾ ਵੀ ਹੈਗਾ ਅਤੇ ਤੁਸੀਂ ਖਰੀਦਣਾ ਵੀ ਚਾਹੁੰਦੇ ਹੋ, ਐਟ ਅ ਪਰਟੀਕੂਲਰ ਟਾਈਮ ਅਤੇ ਪਰਟੀਕੂਲਰ ਪ੍ਰਾਈਸ 'ਤੇ ਤੁਸੀਂ ਚੀਜ਼ ਨੂੰ ਖਰੀਦ ਲੈਂਦੇ ਹੋ, ਤਾਂ ਉਹ ਤੁਹਾਡੀ ਕੀ ਬਣ ਜਾਂਦੀ ਹੈ? ਡਿਮਾਂਡ ਬਣ ਜਾਂਦੀ ਹੈ। ਕਲੀਅਰ। ਹੁਣ ਦੇਖੋ ਡਿਮਾਂਡ ਅਤੇ ਪ੍ਰਾਈਸ ਦਾ ਇਨਵਰਸ ਹੁੰਦਾ ਗਾ ਰਿਲੇਸ਼ਨ, ਠੀਕ ਆ, ਮਤਲਬ ਨੈਗੇਟਿਵ ਹੁੰਦਾ ਗਾ। ਅਗਰ ਕਿਸੇ ਚੀਜ਼ ਦੀ ਡਿਮਾਂਡ, ਅਗਰ ਕਿਸੇ ਚੀਜ਼ ਦੀ ਪ੍ਰਾਈਸ ਘੱਟ ਜਾਂਦੀ ਹੈ, ਅਗਰ ਕਿਸੇ ਚੀਜ਼ ਦੀ ਪ੍ਰਾਈਸ ਘੱਟ ਜਾਂਦੀ ਆ ਤਾਂ ਉਸ ਚੀਜ਼ ਦੀ ਡਿਮਾਂਡ ਜ਼ਿਆਦਾ ਹੋਊਗੀ। ਫੋਰ ਐਗਜ਼ਾਮਪਲ ਇੱਕ ਆਈਸਕ੍ਰੀਮ ਆ, ਉਹਦੀ ਪ੍ਰਾਈਸ 2 ਰੁਪਏ ਆ। ਜਦੋਂ ਉਸਦੀ ਪ੍ਰਾਈਸ 2 ਰੁਪਏ ਸੀ ਤਾਂ ਲੋਕ ਉਹਨੂੰ ਬਹੁਤ ਜ਼ਿਆਦਾ ਖਰੀਦਦੇ ਸੀਗੇ, ਸਾਰੇ ਲੋਕਾਂ ਦੀ ਡਿਮਾਂਡ ਜ਼ਿਆਦਾ ਸੀ ਕਿਉਂਕਿ ਪ੍ਰਾਈਸ ਬਹੁਤ ਘੱਟ ਸੀ ਆਈਸਕ੍ਰੀਮ ਦੀ। ਬਟ ਜਦੋਂ ਹੀ ਪ੍ਰਾਈਸ 2 ਤੋਂ 5 ਹੋ ਗਿਆ, ਅਪ ਹੋ ਗਿਆ, ਤਾਂ ਲੋਕਾਂ ਦੀ ਡਿਮਾਂਡ ਕੀ ਆ? ਘੱਟ ਜਾਂਦੀ ਹੁੰਦੀ ਆ। ਇਸ ਤਰ੍ਹਾਂ ਇਹਨਾਂ ਦਾ ਨੈਗੇਟਿਵ ਹੁੰਦਾ ਗਾ, ਠੀਕ ਆ, ਪ੍ਰਾਈਸ ਅਤੇ ਡਿਮਾਂਡ ਦੇ ਵਿੱਚ ਰਿਲੇਸ਼ਨਸ਼ਿਪ ਨੈਗੇਟਿਵ ਹੁੰਦਾ। ਹਾਂਜੀ ਨੈਕਸਟ ਦੇਖੋ ਕੀ ਆ ਡਿਟਰਮੀਨੈਂਟਸ ਆਫ ਡਿਮਾਂਡ। ਇੱਕ ਡਿਮਾਂਡ ਨੂੰ ਕਿਹੜੇ ਡਿਟਰਮੀਨੈਂਟ, ਕਿਹੜੇ ਫੈਕਟਰ ਆ ਜੋ ਅਫੈਕਟ ਕਰਦੇ ਆ, ਉਹਨਾਂ ਨੂੰ ਬੋਲਿਆ ਜਾਂਦਾ ਡਿਟਰਮੀਨੈਂਟ। ਸਭ ਤੋਂ ਪਹਿਲਾ ਫੈਕਟਰ ਆ ਪ੍ਰਾਈਸ ਆਫ ਕੋਮੋਡਿਟੀ। ਕਿਸੇ ਵੀ ਕੋਮੋਡਿਟੀ ਦੀ ਪ੍ਰਾਈਸ ਹੁੰਦੀ ਹੈ ਜਿਹੜੀ ਉਹ ਡਿਮਾਂਡ ਨੂੰ ਅਫੈਕਟ ਕਰਦੀ ਆ। ਉਹ ਕਿੱਦਾਂ ਅਫੈਕਟ ਕਰਦੀ ਹੈ? ਜੇ ਕਿਸੇ ਕੋਮੋਡਿਟੀ ਦੀ ਪ੍ਰਾਈਸ ਅਪ ਹੋਏਗੀ ਤਾਂ ਉਹਦੀ ਡਿਮਾਂਡ ਡਾਊਨ ਹੋਏਗੀ, ਅਗਰ ਉਸ ਦੀ ਪ੍ਰਾਈਸ ਡਾਊਨ ਹੋਏਗੀ ਤਾਂ ਡਿਮਾਂਡ ਅਪ ਹੋਏਗੀ। ਮਤਲਬ ਪ੍ਰਾਈਸ ਜਿਹੜੀ ਕੋਮੋਡਿਟੀ ਦੀ ਹੁੰਦੀ ਹੈ ਉਹ ਡਿਮਾਂਡ ਨੂੰ ਅਫੈਕਟ ਕਰਦੀ ਹੈ। ਕਲੀਅਰ। ਸੈਕਿੰਡ ਆ ਪ੍ਰਾਈਸ ਆਫ ਰਿਲੇਟਡ ਕੋਮੋਡਿਟੀਜ਼। ਕਿਹੜੀਆਂ ਰਿਲੇਟਡ ਕੋਮੋਡਿਟੀਜ਼ ਆ? ਸਭ ਤੋਂ ਪਹਿਲਾਂ ਹੈਗੀ ਸਬਸਟੀਟਿਊਟ ਕੋਮੋਡਿਟੀਜ਼। ਸਬਸਟੀਟਿਊਟ ਕੋਮੋਡਿਟੀ ਜੋ ਹੁੰਦੀਆਂ ਨੇ, ਜਿਵੇਂ ਇੱਕ ਪ੍ਰੋਡਕਟ ਦੀ ਜਗ੍ਹਾ 'ਤੇ ਆਪਾਂ ਦੂਸਰਾ ਪ੍ਰੋਡਕਟ ਇਸਤੇਮਾਲ ਕਰਦੇ ਹਾਂ। ਜਿੱਦਾਂ ਫੋਰ ਐਗਜ਼ਾਮਪਲ ਟੀ ਦੀ ਜਗ੍ਹਾ 'ਤੇ ਆਪਾਂ ਕੌਫੀ ਦੀ ਵਰਤੋਂ ਕਰਦੇ ਹਾਂ, ਕੋਕ ਦੀ ਜਗ੍ਹਾ ਪੈਪਸੀ ਦੀ ਵਰਤੋਂ ਕਰ ਸਕਦੇ ਹਾਂ। ਮਤਲਬ ਜਦੋਂ ਕਿਸੇ ਇੱਕ ਚੀਜ਼ ਦਾ ਸਬਸਟੀਟਿਊਟ ਹੁੰਦਾ ਗਾ, ਮਤਲਬ ਉਹਦੀ ਅਲਟਰਨੇਟਿਵ ਇੱਕ ਹੋਰ ਮਤਲਬ ਪ੍ਰੋਡਕਟ ਹੋਵੇ, ਉਹਨੂੰ ਬੋਲਿਆ ਜਾਂਦਾ ਸਬਸਟੀਟਿਊਟ ਕੋਮੋਡਿਟੀਜ਼। ਕਲੀਅਰ। ਇਹਨਾਂ ਦਾ ਪੋਜ਼ੀਟਿਵ ਰਿਲੇਸ਼ਨ ਹੁੰਦਾ ਨੇ। ਹੁਣ ਦੇਖੋ ਟੀ ਐਂਡ ਕੌਫੀ, ਤੁਸੀਂ ਟੀ ਦੀ ਜਗ੍ਹਾ ਕੌਫੀ ਦੀ ਵਰਤੋਂ ਕਰ ਸਕਦੇ ਹੋ, ਕੌਫੀ ਦੀ ਜਗ੍ਹਾ 'ਤੇ ਟੀ ਦੀ ਵਰਤੋਂ ਕਰ ਸਕਦੇ ਹੋ। ਕਲੀਅਰ। ਹੁਣ ਇਹਨਾਂ ਦਾ ਪੋਜ਼ੀਟਿਵ ਰਿਲੇਸ਼ਨ ਕਿੱਦਾਂ ਹੁੰਦਾ ਗਾ? ਜਿਵੇਂ ਫੋਰ ਐਗਜ਼ਾਮਪਲ ਪ੍ਰਾਈਸ ਟੀ ਦੀ ਅਪ ਹੋ ਗਈ, ਹੁਣ ਟੀ ਦੀ ਪ੍ਰਾਈਸ ਬਹੁਤ ਜ਼ਿਆਦਾ ਵੱਧ ਗਈ ਤਾਂ ਲੋਕ ਕੌਫੀ ਦੀ ਡਿਮਾਂਡ ਕਰਨ ਲੱਗ ਜਾਣਗੇ, ਕਿਉਂਕਿ ਟੀ ਦੀ ਤਾਂ ਪਹਿਲਾਂ ਹੀ ਪ੍ਰਾਈਸ ਅਪ ਆ, ਤਾਂ ਲੋਕਾਂ ਨੇ ਕਾਹਦੀ ਡਿਮਾਂਡ ਕਰਨੀ ਆ? ਕੌਫੀ ਦੀ। ਮਤਲਬ ਟੀ ਦਾ ਜਿਹੜਾ ਸਬਸਟੀਟਿਊਟ ਆ ਉਹਦੀ ਡਿਮਾਂਡ ਕਰਨ ਲੱਗ ਜਾਂਦੇ ਨੇ, ਇਹਨੂੰ ਬੋਲਿਆ ਜਾਂਦਾ ਸਬਸਟੀਟਿਊਟ ਕੋਮੋਡਿਟੀਜ਼। ਕਲੀਅਰ। ਫਿਰ ਆ ਜੋ ਕੰਪਲੀਮੈਂਟਰੀ ਕੋਮੋਡਿਟੀਜ਼। ਕੰਪਲੀਮੈਂਟਰੀ ਕੋਮੋਡਿਟੀਜ਼ ਉਹ ਹੁੰਦੀਆਂ ਨੇ ਜਦੋਂ ਆਪਾਂ 2 ਕੋਮੋਡਿਟੀਜ਼ ਨੂੰ ਇਕੱਠੇ ਵਰਤਦੇ ਹਾਂ, ਜਿਵੇਂ ਕਾਰ ਅਤੇ ਪੈਟਰੋਲ। ਕੀ ਪੈਟਰੋਲ ਤੋਂ ਬਿਨਾਂ ਕਾਰ ਚੱਲ ਸਕਦੀ ਹੈ? ਨਹੀਂ। ਇਟ ਮੀਨਸ ਪੈਨ ਐਂਡ ਇੰਕ।
ਕੀ ਇੰਕ ਤੋਂ ਬਿਨਾਂ ਪੈਨ ਚੱਲ ਸਕਦਾ? ਨੋ। ਮਤਲਬ ਜਦੋਂ ਆਪਾਂ ਦੋ ਚੀਜ਼ਾਂ ਨੂੰ ਜੁਆਇੰਟਲੀ ਵਰਤਦੇ ਹਾਂ ਉਹਨੂੰ ਕੰਪਲੀਮੈਂਟਰੀ ਕਮੋਡਿਟੀਜ਼ ਕਿਹਾ ਜਾਂਦਾ ਨੇ। ਇਹਨਾਂ ਦਾ ਨੈਗੇਟਿਵ ਰਿਲੇਸ਼ਨ ਹੁੰਦਾ ਗਾ। ਹੁਣ ਫੋਰ ਐਗਜ਼ਾਮਪਲ ਕਾਰ ਦਾ ਪ੍ਰਾਈਸ ਅਪ ਹੋ ਗਿਆ ਤਾਂ ਪੈਟਰੋਲ ਦੀ ਡਿਮਾਂਡ ਘੱਟ ਜੂਗੀ, ਕਿਉਂਕਿ ਜੇ ਹੁਣ ਕਾਰ ਹੀ ਇੰਨੀ ਜ਼ਿਆਦਾ ਮਹਿੰਗੀ ਹੈ ਤਾਂ ਲੋਕਾਂ ਨੇ ਕਾਰ ਨਹੀਂ ਖਰੀਦਣੀ, ਫਿਰ ਉਹਨਾਂ ਨੇ ਪੈਟਰੋਲ ਵੀ ਕੀ ਕਰਨਾ ਗਾ। ਕਲੀਅਰ? ਤਾਂ ਲੋਕ ਪ੍ਰਾਈਸ ਕਾਹਦੀ ਡਾਊਨ ਹੋ ਜਾ, ਮਤਲਬ ਕਾਰ ਦੀ ਪ੍ਰਾਈਸ ਅਪ ਹੋ ਗਈ, ਪੈਟਰੋਲ ਦੀ ਡਿਮਾਂਡ ਘੱਟ ਗਈ। ਕਲੀਅਰ? ਕਾਰ ਦਾ ਪ੍ਰਾਈਸ ਵਧਣ ਨਾਲ ਪੈਟਰੋਲ ਦੀ ਡਿਮਾਂਡ ਘੱਟ ਜਾਂਦੀ ਆ, ਉਹ ਬੋਲਦੇ ਆਪਾਂ ਕੰਪਲੀਮੈਂਟਰੀ ਕਮੋਡਿਟੀਜ਼। ਨੈਕਸਟ ਥਰਡ ਪੁਆਇੰਟ ਦੇਖੋ, ਇਨਕਮ ਆਫ ਕੰਜ਼ਿਊਮਰ। ਕੰਜ਼ਿਊਮਰ ਦੀ ਜਿਹੜੀ ਇਨਕਮ ਹੁੰਦੀ ਆ ਉਹ ਵੀ ਕੀ ਕਰਦੀ ਆ, ਅਫੈਕਟ ਕਰਦੀ ਆ ਉਹਨੂੰ, ਡਿਮਾਂਡ ਨੂੰ। ਠੀਕ ਹੈ? ਕੰਜ਼ਿਊਮਰ ਦੀ ਇਨਕਮ ਦੇਖੋ, ਜੇ ਹੁਣ ਕੰਜ਼ਿਊਮਰ ਕੋਲ ਇਨਕਮ ਹਾਈ ਆ, ਕੰਜ਼ਿਊਮਰ ਕੋਲ ਬਹੁਤ ਸਾਰਾ ਪੈਸਾ ਗਾ, ਤਾਂ ਓਬਵੀਅਸਲੀ ਉਹਦੀ ਡਿਮਾਂਡ ਵੀ ਜ਼ਿਆਦਾ ਹੋਊਗੀ। ਅਗਰ ਕੰਜ਼ਿਊਮਰ ਕੋਲ ਪੈਸਾ ਹੀ ਨਹੀਂ ਹੈਗਾ, ਉਹਦੀ ਇਨਕਮ ਹੀ ਬਹੁਤ ਘੱਟ ਆ, ਫਿਰ ਉਹਨੇ ਡਿਮਾਂਡ ਹੀ ਕੀ ਕਰਨੀ ਹੈ, ਤਾਂ ਉਹਦੀ ਡਿਮਾਂਡ ਵੀ ਘੱਟ ਹੋਊਗੀ। ਮਤਲਬ ਇਹ ਵੀ ਕੀ ਆ, ਇੱਕ ਡਿਮਾਂਡ ਨੂੰ ਅਫੈਕਟ ਕਰਦੀ ਆ। ਕੰਜ਼ਿਊਮਰ ਕੋਲ ਪੈਸਾ ਜ਼ਿਆਦਾ ਤਾਂ ਜ਼ਿਆਦਾ ਡਿਮਾਂਡ ਕਰੂ, ਘੱਟ ਆ ਤਾਂ ਘੱਟ ਡਿਮਾਂਡ ਕਰੂ। ਨੈਕਸਟ ਹੈਗਾ ਕੰਜ਼ਿਊਮਰ ਪ੍ਰੈਫਰੈਂਸ। ਕੰਜ਼ਿਊਮਰ ਪ੍ਰੈਫਰੈਂਸ ਕੀ ਆ? ਹੁਣ ਇਹ ਆਪਾਂ ਕੀ ਕਰ ਰਹੇ ਹਾਂ, ਡਿਟਰਮੀਨੈਂਟ। ਡਿਟਰਮੀਨੈਂਟ ਮੀਨਸ ਜਿਹੜੇ ਫੈਕਟਰ ਆ ਜਿਹੜੇ ਡਿਮਾਂਡ ਨੂੰ ਅਫੈਕਟ ਕਰਦੇ ਆ। ਹੁਣ ਦੇਖੋ ਕੰਜ਼ਿਊਮਰ ਪ੍ਰੈਫਰੈਂਸ ਮੀਨਸ ਕੀ ਹੁੰਦਾ, ਕਹਿੰਦੇ ਕੰਜ਼ਿਊਮਰ, ਹਰੇਕ ਕੰਜ਼ਿਊਮਰ ਦੀਆਂ ਡਿਫਰੈਂਟ ਟੇਸਟ, ਹੈਬਿਟਸ, ਪ੍ਰੈਫਰੈਂਸ ਹੁੰਦੀਆਂ ਨੇ। ਉਹ ਆਪਣੇ ਟੇਸਟ ਅਤੇ ਪ੍ਰੈਫਰੈਂਸ ਦੇ ਅਕੋਰਡਿੰਗ ਹੀ ਚੀਜ਼ ਦੀ ਡਿਮਾਂਡ ਕਰਨਗੇ। ਹੁਣ ਜੇ ਕਿਸੇ ਕੰਜ਼ਿਊਮਰ ਨੂੰ ਕਿਸੇ ਚੀਜ਼ ਦੀ ਹੈਬਿਟ ਆ ਤਾਂ ਉਸ ਚੀਜ਼ ਨੂੰ ਹੀ ਉਹ ਬਾਏ ਕਰਨ ਦੇ ਲਈ ਡਿਮਾਂਡ ਕਰੂਗਾ ਮਾਰਕੀਟ ਦੇ ਵਿੱਚ, ਤਾਂ ਉਹ ਆਪਣੀ ਪ੍ਰੈਫਰੈਂਸ ਦੇ ਅਕੋਰਡਿੰਗ ਚੀਜ਼ ਦੀ ਡਿਮਾਂਡ ਕਰੇਗਾ। ਉਹਨੂੰ ਕਹਿੰਦੇ ਆ ਕੰਜ਼ਿਊਮਰ ਪ੍ਰੈਫਰੈਂਸ, ਕਿ ਕੰਜ਼ਿਊਮਰ ਆਪਣੀ ਪ੍ਰੈਫਰੈਂਸ ਦੇ ਅਕੋਰਡਿੰਗ, ਨੀਡ ਦੇ ਅਕੋਰਡਿੰਗ, ਟੇਸਟ ਦੇ ਅਕੋਰਡਿੰਗ ਹੀ ਚੀਜ਼ ਦੀ ਡਿਮਾਂਡ ਕਰੇਗਾ। ਕਲੀਅਰ? ਨੈਕਸਟ ਹੈ ਫਿਫਥ ਪੁਆਇੰਟ, ਫਿਊਚਰ ਐਕਸਪੈਕਟੇਸ਼ਨ। ਐਕਸਪੈਕਟ ਕਰ ਲਈਏ, ਅਗਰ ਆਪਾਂ ਫਿਊਚਰ ਦੇ ਵਿੱਚ ਇਹ ਐਕਸਪੈਕਟ ਕਰ ਲਈਏ ਕਿ ਕਿਸੇ ਕੋਮੋਡਿਟੀ ਦਾ ਪ੍ਰਾਈਸ ਫਾਲ ਹੋ ਜਾਊਗਾ, ਘੱਟ ਜੂ, ਲੱਗਦਾ ਗਾ ਕਿ ਆਪਾਂ ਨੂੰ ਹਾਂ ਵੀ ਆਹ ਚੀਜ਼ ਦਾ ਪ੍ਰਾਈਸ ਫਿਊਚਰ ਦੇ ਵਿੱਚ ਘੱਟ ਜੂਗਾ, ਤਾਂ ਪ੍ਰੈਜੈਂਟ ਦੇ ਵਿੱਚ ਉਹਦੀ ਡਿਮਾਂਡ ਕੀ ਆ, ਘੱਟ ਜੂਗੀ। ਕਿਉਂਕਿ ਲੋਕਾਂ ਨੇ ਕੀ ਸੋਚਣਾ ਵੀ ਹਾਂ ਇਸ ਚੀਜ਼ ਦੀ ਪ੍ਰਾਈਸ ਫਿਊਚਰ 'ਚ ਘੱਟ ਜਾਣੀ ਆ, ਤਾਂ ਆਪਾਂ ਹੁਣ ਕਿਉਂ ਪ੍ਰੈਜੈਂਟ ਦੇ ਵਿੱਚ ਕਿਉਂ ਬਾਏ ਕਰਨਾ, ਪ੍ਰੈਜੈਂਟ ਦੇ ਵਿੱਚ ਕਿਉਂ ਖਰੀਦਣਾ, ਕਿਉਂ ਨਾ ਆਪਾਂ ਇਹਨੂੰ ਫਿਊਚਰ ਦੇ ਵਿੱਚ ਹੀ ਖਰੀਦੀਏ, ਕਿਉਂਕਿ ਫਿਊਚਰ 'ਚ ਤਾਂ ਇਹਦੀ ਪ੍ਰਾਈਸ ਘੱਟ ਹੀ ਜਾਣੀ ਆ। ਉਹ ਚੀਜ਼ ਹੁੰਦੀ ਹੈ ਫਿਊਚਰ ਐਕਸਪੈਕਟੇਸ਼ਨ। ਕਲੀਅਰ? ਥੈਂਕ ਯੂ ਵੈਰੀ ਮਚ।